ਆਓ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਜੀ ਦੀ ਆਪਣੀ ਚੱਲ ਰਹੀ ਹੈ ਲੜੀਵਾਰ ਵਿਚਾਰ ਅੱਗੇ ਆਰੰਭ ਕਰੀਏ। ਅੱਜ ਆਪਾਂ 15ਵੀਂ ਅਸ਼ਟਪਦੀ ਦੇ 6ਵੇਂ ਪਦੇ ਦੀ ਵਿਚਾਰ ਕਰਨ ਦਾ ਉਦਮ ਉਪਰਾਲਾ ਕਰ ਰਹੇ ਹਾਂ। ਅੱਜ ਦੇ ਪਾਵਨ ਬਚਨਾਂ ਦੁਆਰਾ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਤੇ ਕਿਰਪਾ ਕਰ ਰਹੇ ਹਨ ਕਿ ਜਿੰਨਾ ਚਿਰ ਅਸੀਂ ਸੰਗਤ ਨਹੀਂ ਕਰਦੇ ਉਨਾ ਚਿਰ ਸਾਨੂੰ ਸਾਡੇ ਜੀਵਨ ਦਾ ਜਿਹੜਾ ਗਿਆਨ ਆ ਸੋਝੀ ਆ ਆਉਂਦੀ ਨਹੀਂ, ਤੇ ਬਿਨਾਂ ਸੰਗਤ ਤੋਂ ਫਿਰ ਸਾਡਾ ਜਿਹੜਾ ਜੀਵਨ ਆ ਉਹ ਕਿਹੋ ਜਿਹਾ ਬਣ ਜਾਂਦਾ। ਗੁਰਬਾਣੀ ਅੰਦਰ ਸਤਿਗੁਰੂ ਪਾਤਸ਼ਾਹ ਸਾਵਧਾਨ ਕਰ ਰਹੇ ਹਨ ਆਪਾਂ ਨੂੰ ਕਿ ਬਿਨ ਸੰਗਤੀ ਸਭ ਐਸੇ ਰਹਿ ਜੈਸੇ ਪਸ਼ ਢੋਰ, ਜਿਨ ਕੀਤੇ ਤਿਸੇ ਨਾ ਜਾਣਨੀ ਬਿਨ ਨਾਵੈ ਸਭ ਚੋਰ। ਬਿਨਾਂ ਸੰਗਤ ਤੋਂ ਸਾਡਾ ਜਿਹੜਾ ਜੀਵਨ ਆ ਉਹ ਪਸ਼ੂਆਂ ਵਰਗਾ ਢੋਰਾਂ ਵਰਗਾ ਕਹਿਤਾ। ਜਿਹੜੇ ਮਾਲਕ ਨੇ ਸਾਨੂੰ ਪੈਦਾ ਕਰਿਆ, ਜੇ ਅਸੀਂ ਉਹਦੇ ਨਾਲ ਪਿਆਰ ਨਹੀਂ ਪਾਇਆ, ਉਹਦੀ ਪਛਾਣ ਨਹੀਂ ਕੀਤੀ, ਤਾਂ ਸਾਡਾ ਚੋਰਾਂ ਵਰਗਾ ਜੀਵਨ ਗੁਰਬਾਣੀ ਅੰਦਰ ਪਾਤਸ਼ਾਹ ਸਮਝਾ ਰਹੇ ਹੈ। ਜਿਨ ਕੀਤੇ ਤਿਸੇ ਨਾ ਜਾਣਨੀ ਬਿਨ ਨਾਵੈ ਸਭ ਚੋਰ। ਹੁਣ ਸੰਗਤ ਦੇ ਵਿੱਚ ਜਦੋਂ ਆਪਾਂ ਆਉਂਦੇ, ਇਸੇ ਕਰਕੇ ਗੁਰਬਾਣੀ ਦੇ ਅੰਦਰ ਸੰਤਾਂ ਨੂੰ, ਸਾਧੂਆਂ ਨੂੰ, ਭਗਤਾਂ ਨੂੰ, ਗੁਰਮੁਖਾਂ ਨੂੰ, ਹਰੀ ਦੇ ਜਨਾਂ ਨੂੰ ਮਾਣ ਸਤਿਕਾਰ ਗੁਰਬਾਣੀ ਅੰਦਰ ਪਾਤਸ਼ਾਹ ਨੇ ਦਿੱਤਾ। ਅੱਜ ਦੇ ਪਾਵਨ ਵਚਨਾਂ ਦੇ ਅੰਦਰ ਵੀ ਕਿੰਨੀ ਸਤਿਗੁਰੂ ਪਾਤਸ਼ਾਹ ਸਾਧੂ ਜਨਾਂ ਦੀ ਉਪਮਾ ਆਪਾਂ ਨੂੰ ਸਮਝਾ ਰਹੇ ਹਨ ਕਿ ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਾਧੂ ਜਨਾਂ ਦੇ ਚਰਨ ਧੋ ਕੇ ਪਾਤਸ਼ਾਹ ਕਹਿੰਦੇ ਪੀਓ, ਆਪਣਾ ਜਿਹੜਾ ਜੀਓ ਹੈ, ਜਿੰਦ ਹੈ, ਉਹਨਾਂ ਨੂੰ ਅਰਪਣ ਕਰ ਦਿਓ। ਕਿਉਂ ਕਰ ਦਿਓ? ਕਿਉਂਕਿ ਉਹਨਾਂ ਨੇ ਸਾਨੂੰ ਭੁੱਲਿਆ ਹੋਇਆਂ ਨੂੰ ਜੋ ਸਾਡੇ ਜੀਵਨ ਦਾ ਅਸਲੀ ਰਸਤਾ ਹੈ ਉਹਦੀ ਜਾਣਕਾਰੀ ਦੇਣੀ ਹੁੰਦੀ ਹੈ। ਇਨਸਾਨ ਅਗਿਆਨਤਾ ਦੇ ਹਨੇਰੇ 'ਚ ਜੋ ਸੁਪਨਾ ਹੈ ਉਸ ਨੂੰ ਸੱਚ ਮੰਨ ਬੈਠਦਾ, ਜੋ ਸੱਚ ਹੈ ਉਸ ਨੂੰ ਸੁਪਨਾ ਸਮਝੀ ਜਾਂਦਾ। ਪਾਤਸ਼ਾਹ ਗੁਰਬਾਣੀ ਅੰਦਰ ਆਪਾਂ ਨੂੰ ਸਮਝਾ ਰਹੇ ਹਨ, ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ। ਜਿਵੇਂ ਰਾਤਰੀ ਦਾ ਆਪਾਂ ਨੂੰ ਸੁਪਨਾ ਆਉਂਦਾ, ਜਿੰਨਾ ਚਿਰ ਅਸੀਂ ਸੁੱਤੇ ਪਏ ਹਾਂ ਸਾਨੂੰ ਨਹੀਂ ਗਿਆਨ ਰਹਿੰਦਾ ਕਿ ਅਸੀਂ ਸੁਪਨਾ ਵੇਖ ਰਹੇ ਹਾਂ। ਜਦੋਂ ਫਿਰ ਅਸੀਂ ਜਾਗਦੇ ਫੇਰ ਭੇਦ ਆਉਂਦਾ ਕਿ ਇਹ ਤਾਂ ਸੁਪਨਾ ਸੀ। ਇਸੇ ਤਰ੍ਹਾਂ ਗੁਰਬਾਣੀ ਅੰਦਰ ਪਾਤਸ਼ਾਹ ਸਮਝਾ ਰਹੇ ਆ, ਜਿੰਨਾ ਚਿਰ ਆਪਾਂ ਤ੍ਰੈ ਗੁਣਾਂ ਦੀ ਨੀਂਦ ਦੇ ਅੰਦਰ ਸੁੱਤੇ ਪਏ ਆ ਉਨਾ ਚਿਰ ਇਹ ਸੁਪਨਾ ਜਿਹੜਾ ਸੰਸਾਰ ਹੈ ਇਸ ਨੂੰ ਆਪਾਂ ਸੱਚ ਮੰਨ ਬੈਠੇ। ਜਦੋਂ ਫਿਰ ਆਪਾਂ ਨੂੰ ਸੰਗਤ ਮਿਲਦੀ, ਸਾਧ ਸਰਨ ਚਰਨ ਚਿਤ ਲਾਇਆ, ਸੁਪਨ ਕੀ ਬਾਤ ਸੁਣੀ, ਪੇਖੀ ਸੁਪਨਾ ਨਾਮ ਸਤਿਗੁਰ ਗੁਰਮੰਤਰ ਦਰੜਾਇਆ। ਜਦੋਂ ਅਸੀਂ ਸਾਧੂ ਜਨਾਂ ਦੀ ਸੰਗਤ ਕਰਦੇ ਫਿਰ ਸਾਨੂੰ ਇਹ ਭੇਦ ਆਉਂਦਾ ਕਿ ਭਾਈ ਜਿਹਨੂੰ ਤੁਸੀਂ ਸੱਚ ਮੰਨੀ ਬੈਠੇ ਹੋ ਇਹ ਤਾਂ ਇੱਕ ਸੁਪਨਾ ਹੈ। ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਹੁਣ ਜਿੰਨਾ ਮਰਜ਼ੀ ਆਪਾਂ ਇਸ ਗੱਲ ਦਾ ਗਿਆਨ ਲਈ ਚੱਲੀਏ, ਪਰ ਜਿੰਨਾ ਚਿਰ ਸਾਧੂ ਜਨਾਂ ਦਾ ਸੰਗ ਕਰਕੇ ਆਪਣੇ ਸੁੱਤੇ ਹੋਏ ਮਨ ਨੂੰ ਜਗਾਉਂਦੇ ਨਹੀਂ, ਜਿਹਨੂੰ ਜਗਾਉਣ ਦਾ ਤਰੀਕਾ ਫਿਰ ਸੰਗਤ ਦੇ ਅੰਦਰ ਆ ਕੇ ਸਾਨੂੰ ਗੁਰਬਾਣੀ ਦੁਆਰਾ ਮਿਲਦਾ ਕਿ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਪਾਤਸ਼ਾਹ ਬਾਣੀ ਅੰਦਰ ਇੱਕ ਜਗ੍ਹਾ ਹੋਰ ਵੀ ਸਮਝਾ ਰਹੇ ਆ ਕਿ ਸੁੱਤੜੇ ਅਸੰਖ ਮਾਇਆ ਝੂਠੀ ਕਾਰਣੇ, ਨਾਨਕ ਸੇ ਜਾ ਗਨ ਜੇ ਰਸਨਾ ਨਾਮ ਉਚਾਰਣੇ।
ਕਿ ਅਸੰਖ ਜਿੱਥੇ ਜਾ ਕੇ ਗਿਣਤੀ ਖਤਮ ਹੋ ਜਾਂਦੀ ਹੈ। ਸੰਸਾਰ ਦੇ ਅੰਦਰ ਜੀਵ ਸੁੱਤੇ ਪਏ ਆ। ਮਾਇਆ ਝੂਠੀ ਕਾਰਨ ਹੈ। ਦ੍ਰਿਸ਼ਟਮਾਨ ਅਤੇ ਸੂਖਮ ਮਾਇਆ ਦਾ ਪ੍ਰਭਾਵ ਹੈ। ਜਾਗਦਾ ਕੌਣ? ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਜੇ ਅਸੀਂ ਆਪਣੀ ਇਹ ਰਸਨਾ ਦੇ ਨਾਲ ਪ੍ਰਮਾਤਮਾ ਦੇ ਨਾਮ ਦਾ ਉਚਾਰਨ ਕਰਦੇ ਹਾਂ, ਫੇਰ ਕਿਤੇ ਸਾਡੇ ਸੁੱਤੇ ਹੋਏ ਮਨ ਨੂੰ ਜਾਗ ਆਉਂਦੀ। ਫੇਰ ਇਹ ਸੰਸਾਰ ਸੁਪਨੇ ਦੀ ਨਿਆਈ ਮਹਿਸੂਸ ਹੁੰਦਾ ਤੇ ਜੋ ਸੱਚ ਹੈ ਉਹਦੇ ਨਾਲ ਪਿਆਰ ਪੈਂਦਾ। ਜਿਹਨੂੰ ਆਪਾਂ ਰੋਜ਼ ਪੜ੍ਹਦੇ ਹਾਂ, ਆਦਿ ਸੱਚ ਜੁਗਾਦ ਸੱਚ ਹੈ ਧੀ ਸੱਚ, ਨਾਨਕ ਹੋਸੀ ਧੀ ਸੱਚ। ਫਿਰ ਸਾਧੂ ਜਨਾਂ ਦੀ ਸੰਗਤ ਉਹ ਸਾਡੇ ਲਈ ਅੱਛੀ ਬਣ ਜਾਂਦੀ ਹੈ, ਜਿੱਥੇ ਪ੍ਰਮਾਤਮਾ ਤੇ ਨਾਮ ਦੀ ਗੱਲ ਹੁੰਦੀ ਆ ਤੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਹੁੰਦਾ, ਉਹਦੀ ਉਸਤਤ ਵਡਿਆਈ ਹੁੰਦੀ ਹੈ। ਐਸੇ ਗੁਰਮੁਖਾਂ ਦੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਇੱਥੇ ਹੁਣ ਦੋ ਤਰ੍ਹਾਂ ਦੀ ਕਹਾਣੀ ਚੱਲ ਪੈਂਦੀ ਹੈ। ਬਹੁਤ ਸਾਰੇ ਜੀਵ ਤਾਂ ਸੰਸਾਰ 'ਚ ਐਸੇ ਨੇ, ਉਹ ਪਿਆਰ ਦੇ ਅੰਦਰ ਆ ਕੇ ਜਿੱਥੇ ਵੀ ਸੰਗਤ ਕਰਦੇ ਆ, ਜਿੱਥੋਂ ਦੀ ਉਹ ਸਾਧੂ ਮਹਾਤਮਾ ਲੰਘਦੇ, ਉਹਨਾਂ ਦੇ ਚਰਨ ਧੂੜੀ ਚੱਕ ਕੇ ਪਾਣੀ ਦੇ ਅੰਦਰ ਪਾ ਕੇ ਇਸ਼ਨਾਨ ਕਰਦੇ। ਪਰ ਜਦੋਂ ਅਸੀਂ ਗੁਰੂ ਨਾਨਕ ਦੇ ਘਰ ਦੇ ਨਾਲ ਜੁੜਦੇ ਹਾਂ, ਤਤ ਦੀ ਵਿਚਾਰ ਦੇ ਨਾਲ ਅਸੀਂ ਜੁੜਦੇ ਹਾਂ, ਫਿਰ ਸਾਧੂਆਂ ਦੀ ਧੂੜ ਕੀ ਹੈ? ਸਾਧੂਆਂ ਦੀ ਧੂੜ ਹੈ ਉਹਨਾਂ ਦੇ ਮੁਖ ਤੋਂ ਉਚਾਰਨ ਕੀਤੇ ਹੋਏ ਬਚਨ, ਜਿਹਨੂੰ ਮਹਾਰਾਜ ਸਮਝਾ ਰਹੇ ਆ ਗੁਰਬਾਣੀ ਦੇ ਅੰਦਰ ਕਿ ਸਾਧੂ ਜਨਾਂ ਦੇ ਜਿਹੜੇ ਬਚਨ ਨੇ ਉਹ ਹੈ ਉਹਨਾਂ ਦੀ ਚਰਨ ਧੂੜੀ। ਚਰਨ ਧੂੜ ਕਿਵੇਂ ਬਣ ਜਾਂਦੀ ਹੈ? ਜਦੋਂ ਕੋਈ ਇਨਸਾਨ ਮਿਹਨਤ ਕਰਕੇ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣਦਾ, ਉਹਦੇ ਅੰਦਰ ਮਾਲਕ ਦੇ ਚਰਨ, ਅਕਾਲ ਪੁਰਖ ਦੇ ਨਾਮ ਪ੍ਰਗਟ ਹੋ ਜਾਂਦਾ ਹੈ। ਜਦੋਂ ਉਹ ਗੁਰਮੁਖ ਜਨ ਸਾਧੂ ਜਨ ਬੋਲਦੇ ਆ, ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਅੰਦਰ ਧਿਆਨ ਲਾ ਕੇ ਉਹ ਸ਼ਬਦ ਦੀ ਵਿਚਾਰ ਕਰਦੇ, ਸਾਨੂੰ ਉਪਦੇਸ਼ ਦਿੰਦੇ ਤੇ ਅਕਾਲ ਪੁਰਖ ਦੇ ਜਿਹੜੇ ਚਰਨਾਂ ਦੀ ਧੂੜੀ ਆ ਉਹ ਸ਼ਬਦਾਂ ਤੇ ਪੈ ਪੈ ਕੇ ਸਾਡੇ ਇਸ ਮੈਲੇ ਹੋਏ ਮਨਾਂ ਤੇ ਜਦੋਂ ਪੈਂਦੀ ਤਾਂ ਸਾਡੇ ਮਨ ਦਾ ਇਸ਼ਨਾਨ ਹੁੰਦਾ। ਕਿਉਂਕਿ ਗੁਰਬਾਣੀ ਅੰਦਰ ਪਾਤਸ਼ਾਹ ਸਮਝਾ ਰਹੇ ਹਨ, ਮਨ ਤਨ ਧੋਵੈ ਸ਼ਬਦ ਵਿਚਾਰੀ। ਜਦੋਂ ਸ਼ਬਦ ਦੀ ਵਿਚਾਰ ਚੱਲਦੀ ਹੈ, ਸਾਡਾ ਮਨ ਅਤੇ ਤਨ ਦੋਨੋਂ ਨਿਰਮਲ ਹੁੰਦੇ ਆ। ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ, ਫਿਰ ਐਸੇ ਜਿਹੜੇ ਸਾਧੂ ਜਨ ਨੇ ਤੇ ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ। ਉਹ ਉੱਤਮ ਸਲੋਕ ਬਣ ਜਾਂਦੇ ਆ ਜਿਹੜੇ ਕਮਾਏ ਹੋਏ ਬਚਨ, ਇੱਕ ਪੜ੍ਹ ਕੇ ਸੁਣ ਕੇ ਗਿਆਨ ਲੈ ਕੇ ਪ੍ਰਚਾਰ ਕੀਤਾ ਜਾਂਦਾ। ਇੱਕ ਪ੍ਰਚਾਰ ਹੁੰਦਾ ਅਨੁਭਵ ਦਾ ਪ੍ਰਚਾਰ। ਜਦੋਂ ਕੋਈ ਇਨਸਾਨ ਪਰਮਾਤਮਾ ਦੀ ਬੰਦਗੀ ਕਰਦਾ, ਉਹਦੇ ਅੰਦਰੋਂ ਮਾਲਕ ਅਨੁਭਵ ਦਾ ਗਿਆਨ ਖੋਲ੍ਹਦੇ ਆ ਤੇ ਉਹ ਫਿਰ ਜਦੋਂ ਮਾਲਿਕ ਦੇ ਨਾਮ ਦੇ ਨਾਲ ਸੁਰਤ ਨੂੰ ਜੋੜ ਕੇ ਉਪਦੇਸ਼ ਬਖਸ਼ਿਸ਼ ਕਰਦੇ ਆਪਣੇ ਵਰਗੇ ਜੀਵਾਂ ਨੂੰ, ਸ਼ਬਦ ਦੀ ਵਿਚਾਰ ਚੱਲਦੀ, ਉਹ ਸਾਡੇ ਫਿਰ ਮਨਾਂ ਦੇ ਉੱਪਰ ਧੂੜੀ ਪੈਂਦੀ ਪਾਵਨ ਬਚਨਾਂ ਦੀ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਣਤ ਕਮਾਵਤ ਹੋਤ ਉਧਾਰ। ਜਿਨ੍ਹਾਂ ਨੂੰ ਫਿਰ ਸੁਣ ਕੇ ਕਮਾਉਣਾ ਹੁੰਦਾ, ਜਿਹਦੇ ਨਾਲ ਇਨਸਾਨ ਦੇ ਜੀਵਨ ਦਾ ਉਧਾਰ ਹੁੰਦਾ। ਐਸੇ ਜਿਹੜੇ ਗੁਰਮੁਖ ਜਨ, ਪਾਤਸ਼ਾਹ ਕਹਿੰਦੇ ਸਾਧ ਕੀ ਧੂਰ ਕਰੋ ਇਸ਼ਨਾਨ। ਕਿਉਂਕਿ ਸਾਨੂੰ ਸੇਵਾ ਦੱਸੀ ਹੈ, ਸਾਧ ਕੀ ਸੇਵਾ ਨਾਮ ਤੇ ਆਈ ਹੈ। ਗੁਰਮੁਖ ਜਨ ਫਿਰ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਪੂਜਾ ਕਰਨਾ ਸਿਖਾ ਦਿੰਦੇ ਆ।
ਬਹੁਤ ਸਾਰੇ ਜੀਵ ਦ੍ਰਿਸ਼ਟਮਾਨ ਸੰਸਾਰ ਦੇ ਅੰਦਰ ਆਪਾਂ ਵੇਖਦੇ ਹਾਂ, ਅਵਤਾਰਾਂ ਦੀਆਂ ਫੋਟੋਆਂ ਬਣਾ ਕੇ, ਮੂਰਤੀਆਂ ਬਣਾ ਕੇ ਉਹਨਾਂ ਦੇ ਚਰਨ ਪੂਜਦੇ ਆ ਤੇ ਮਨ ਦੀ ਸੰਤੁਸ਼ਟੀ ਕਰਦੇ ਆ। ਜਦੋਂ ਗੁਰੂ ਨਾਨਕ ਦੇ ਘਰ ਦੇ ਨਾਲ ਅਸੀਂ ਜੁੜਦੇ, ਇੱਧਰ ਸਾਨੂੰ ਗਿਆਨ ਦਿੱਤਾ ਜਾਂਦਾ ਕਿ ਪ੍ਰਮਾਤਮਾ ਦਾ ਕੋਈ ਆਕਾਰ ਨਹੀਂ ਹੈ, ਨਿਰਾਕਾਰ ਪ੍ਰਕਾਸ਼ ਰੂਪ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ। ਉਹ ਪ੍ਰਕਾਸ਼ ਰੂਪ ਪ੍ਰਮਾਤਮਾ ਹੈ, ਫਿਰ ਉਹਦੇ ਚਰਨ ਕਿਵੇਂ ਪੂਜੇ ਜਾਣ। ਜਦੋਂ ਕਿਸੇ ਇਨਸਾਨ ਦੇ ਮਨ ਦੇ ਅੰਦਰ ਪ੍ਰਮਾਤਮਾ ਦੇ ਚਰਨ ਪੂਜਣ ਦੀ ਇੱਛਾ ਬਣਦੀ, ਇੱਥੇ ਆ ਕੇ ਉਹਨੂੰ ਫਿਰ ਸੋਝੀ ਨਹੀਂ ਰਹਿੰਦੀ ਕਿ ਪ੍ਰਮਾਤਮਾ ਤਾਂ ਨਿਰਾਕਾਰ, ਉਹਦੇ ਚਰਨਾਂ ਦੀ ਪੂਜਾ ਕਿਵੇਂ ਕੀਤੀ ਜਾਵੇ। ਜਦੋਂ ਫਿਰ ਆਪਾਂ ਸੰਗਤ ਕਰਦੇ ਹਾਂ, ਪਾਤਸ਼ਾਹ ਦੀ ਬਾਣੀ ਸਾਨੂੰ ਗਿਆਨ ਦਿੱਤਾ ਗਿਆ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣੇ ਮਾਲਕ ਦੇ ਚਰਨਾਂ ਦੀ ਪੂਜਾ ਕਰਨੀ ਹੈ ਤਾਂ ਕਿਵੇਂ ਕਰ ਸਕਦੇ ਹਾਂ। ਪਾਤਸ਼ਾਹ ਸਮਝਾ ਰਹੇ ਹਨ, ਜਪ ਜਪ ਨਾਮ ਪੂਜੈ ਪ੍ਰਭ ਪੈਰ। ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਹਾਂ, ਇੰਨਾ ਮਨ ਦੇ ਅੰਦਰ ਪਿਆਰ ਹੋਵੇ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਪੂਜਾ ਕਰ ਰਹੇ ਹਾਂ। ਫਿਰ ਇੰਨਾ ਮਨ ਦੇ ਅੰਦਰ ਵਿਰਾਗ ਹੋਣਾ ਚਾਹੀਦਾ ਕਿ ਜਿਵੇਂ ਅਸੀਂ ਪ੍ਰਤੱਖ ਆਪਣੇ ਮਾਂ ਬਾਪ ਦੇ ਜਦੋਂ ਚਰਨਾਂ ਨੂੰ ਹੱਥ ਲਾਉਂਦੇ, ਉਹ ਸਾਨੂੰ ਅਸੀਸ ਦਿੰਦੇ। ਜਿੰਨਾ ਮਰਜ਼ੀ ਇਨਸਾਨ ਦੁਖੀ ਹੋਵੇ, ਜਦੋਂ ਮਾਂ ਬਾਪ ਬੁੱਕਲ ਦੇ ਅੰਦਰ ਲੈ ਲੈਂਦਾ ਤਾਂ ਸਾਰੇ ਦੁੱਖ ਖਤਮ ਹੋ ਜਾਂਦੇ ਇੱਕ ਵਾਰ। ਇਸੇ ਤਰ੍ਹਾਂ ਸੰਗਤ ਦੇ ਅੰਦਰ ਆ ਕੇ ਜਿਹੜੇ ਪੂਰਨ ਗੁਰਮੁਖ ਨੇ, ਤਤ ਬੀਤੇ ਨੇ, ਜਿਨ੍ਹਾਂ ਨੇ ਪ੍ਰੈਕਟੀਕਲ ਕੀਤਾ ਹੁੰਦਾ, ਜਦੋਂ ਉਹ ਫਿਰ ਸਾਨੂੰ ਸਿਖਾਉਂਦੇ ਕਿ ਭਾਈ ਜਦੋਂ ਪਰਮਾਤਮਾ ਦਾ ਨਾਮ ਜਪਣਾ, ਇੰਝ ਮਹਿਸੂਸ ਰੱਖਿਆ ਕਰੋ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਪੂਜ ਰਹੇ ਹਾਂ। ਤੇ ਜਦੋਂ ਅਸੀਂ ਫਿਰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਕਰਦੇ ਵਾਹਿਗੁਰੂ ਵਾਹਿਗੁਰੂ ਪਰਮਾਤਮਾ ਦੇ ਚਰਨ ਪੂਜਨੇ ਆ, ਮਾਲਕ ਵੀ ਸਾਨੂੰ ਆਪਣੀ ਗੋਦ ਦੇ ਅੰਦਰ ਬਿਠਾਉਂਦਾ ਤੇ ਫਿਰ ਇੱਕ ਵਾਰ ਸਾਨੂੰ ਐਸੀ ਸੰਤੁਸ਼ਟੀ ਸੁੱਖ ਦਿੰਦਾ ਜਦੋਂ ਅਸੀਂ ਸਹਿਜ ਅਵਸਥਾ 'ਚ ਚਲੇ ਜਾਂਦੇ ਹਾਂ ਤੇ ਮਾਲਕ ਦੀ ਅਸੀਸ ਮਿਲਦੀ ਸਾਨੂੰ। ਜਿਵੇਂ ਪ੍ਰਤੱਖ ਦੁਨੀਆਦਾਰੀ 'ਚ ਆਪਾਂ ਵੇਖਦੇ ਹਾਂ, ਕਿਸੇ ਅੱਛੇ ਇਨਸਾਨ ਦੇ ਅਸੀਂ ਚਰਨਾਂ ਨੂੰ ਹੱਥ ਲਾਉਂਦੇ ਤਾਂ ਉਹ ਸਾਨੂੰ ਅਸੀਸ ਦਿੰਦਾ। ਪਰ ਇਹ ਸਾਰਾ ਕੁਝ ਭੇਦ ਕਿੱਥੋਂ ਆਊਗਾ? ਉਹਨਾਂ ਗੁਰਮੁਖ ਜਨਾਂ ਦੀ ਸੰਗਤ ਕਰਕੇ ਆਊਗਾ ਜਿਹੜੇ ਆਪ ਇਸ ਰਾਹ ਦੇ ਪਾਂਧੀ ਹੋਣ। ਜਿਨ੍ਹਾਂ ਨੂੰ ਆਪ ਨੂੰ ਹੀ ਗਿਆਨ ਨਹੀਂ ਹੈ, ਉਹ ਫਿਰ ਸਾਨੂੰ ਕੀ ਅੱਗੇ ਗਿਆਨ ਦੇ ਸਕਣਗੇ। ਪਾਤਸ਼ਾਹ ਸਮਝਾ ਰਹੇ ਹਨ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਐਸੇ ਗੁਰਮੁਖ ਜਨਾਂ ਤੋਂ ਤਾਂ ਪਾਤਸ਼ਾਹ ਕਹਿੰਦੇ ਕੁਰਬਾਨ ਹੋ ਜਾਣਾ ਚਾਹੀਦਾ, ਜਿਹੜੇ ਸਾਨੂੰ ਏਡਾ ਵੱਡਾ ਗੁੱਝਾ ਭੇਦ ਸਮਝਾ ਦੇਣ, ਆਪਣੇ ਮਾਲਕ ਦੇ ਚਰਨਾਂ ਦੀ ਪੂਜਾ ਕਰਨ ਦਾ ਭੇਦ ਦੇ ਦੇਣ। ਜਪ ਜਪ ਨਾਮ ਪੂਜੈ ਪ੍ਰਭ ਪੈਰ। ਇਸੇ ਕਰਕੇ ਭਗਤ ਕਬੀਰ ਜੀ ਨੇ ਬਹੁਤ ਵੱਡੀ ਵਡਿਆਈ ਬਖਸ਼ੀ। ਉਹ ਕਹਿੰਦੇ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਕਹਿੰਦੇ ਭਾਈ ਦੁਨੀਆ ਦੇ ਲੋਕੋ, ਸੇਵਾ ਵਾਸਤੇ ਦੋਨੇ ਚੀਜ਼ਾਂ ਚੰਗੀਆਂ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਕਿਉਂ ਭਲੇ ਨੇ? ਰਾਮ ਜੋ ਦਾਤਾ ਮੁਕਤ ਕੋ, ਉਹ ਸੰਸਾਰ ਦੇ ਅੰਦਰ ਜੀਵ ਨੂੰ ਮੁਕਤੀ ਦਿੰਦਾ, ਤੇ ਸੰਤ ਜਪਾਵੈ ਨਾਮ। ਤੇ ਜਿਹੜੇ ਸਾਧੂ ਸੰਤ ਨੇ ਉਹ ਮੁਕਤੀ ਦਾ ਸਾਧਨ ਦੱਸਦੇ ਆ। ਇਸ ਕਰਕੇ ਦੋਨਾਂ ਦੀ ਸੇਵਾ ਦਾ ਫਲ ਦੱਸਿਆ ਗਿਆ। ਇੱਥੇ ਪਾਤਸ਼ਾਹ ਸਮਝਾ ਰਹੇ ਹਨ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਸਾਧ ਸੇਵਾ ਬੜ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਕਹਿੰਦੇ ਐਸੇ ਗੁਰਮੁਖ ਲੋਕਾਂ ਦੀ ਜਿਹੜੀ ਸੇਵਾ ਹੈ
ਉਹ ਵੱਡਿਆਂ ਭਾਗਾਂ ਦੇ ਨਾਲ ਮਿਲਦੀ ਹੈ। ਨਹੀਂ ਤਾਂ ਸੰਸਾਰ ਦੇ ਅੰਦਰ ਜੀਵ ਵਿਚਾਰੇ ਬਾਰਨਾਰਸ ਕੇ ਜਿਹੜੇ ਠੱਗ ਬਣੇ ਬੈਠੇ ਆ, ਉਹਨਾਂ ਦੀ ਸੇਵਾ 'ਚ ਹੀ ਭੱਜੇ ਫਿਰਦੇ ਆ। ਹਰ ਕੇ ਸੰਤਾਂ ਦੀ ਸੰਗਤ ਘੱਟ ਮਿਲਦੀ ਹੈ, ਕਿਉਂਕਿ ਜਿਹੜੇ ਠੱਗੀ ਵਾਲੇ ਲੋਕ ਆ ਉੱਥੇ ਚਮਕ ਦਮਕ ਬਹੁਤ ਆ, ਉੱਥੇ ਸਾਡੀ ਕਮਜ਼ੋਰੀ ਦਾ ਫਾਇਦਾ ਉਠਾਇਆ ਜਾਂਦਾ। ਜਿਹੜੇ ਹਰ ਕੇ ਸੰਤ ਹਨ ਉਹ ਤਤ ਨਿਰੋਲ ਦੀ ਵਿਚਾਰ ਕਰਨਗੇ, ਉਹ ਦੁਨੀਆ ਦੀ ਫੋਕੀ ਚਮਕ ਦਮਕ ਤੋਂ ਦੂਰ ਰਹਿੰਦੇ। ਉਹਨਾਂ ਨੂੰ ਭੇਦ ਆ ਗਿਆ ਕਿ ਦੁਨੀਆ ਦੀ ਚਮਕ ਦਮਕ ਤਾਂ ਮਾਇਆ ਦਾ ਖੇਲ ਹੈ। ਉਹ ਤਾਂ ਫਿਰ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਨੂੰ ਜਪਦੇ ਨੇ, ਤੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਆ ਉਹਨਾਂ ਨੂੰ ਉਹਦੇ ਨਾਲ ਜੋੜਦੇ ਆ। ਤੇ ਜਿਹੜੇ ਵਾਰਨਾਰਸ ਕੇ ਠੱਗ, ਜਿਨ੍ਹਾਂ ਨੂੰ ਗੁਰਬਾਣੀ 'ਚ ਕਿਹਾ ਜਾਂ ਅਸੰਤ ਅਨਾੜੀ ਕਹਿਤਾ, ਇੱਕ ਜਗ੍ਹਾ ਵਾਰਨਾਰਸ ਕੇ ਠੱਗ ਵੀ ਕਿਹਾ, ਇੱਕ ਜਗ੍ਹਾ ਸੰਤ ਮੂਹਰੇ ਆੜਾ ਲਾ ਕੇ ਅਸੰਤ ਕਹਿਤਾ, ਅਨਾੜੀ ਕਹਿਤਾ, ਵੀ ਉਹ ਕਿਸੇ ਦੀ ਗੱਲ ਨਹੀਂ ਮੰਨਦੇ ਹੁੰਦੇ। ਉਹਨਾਂ ਦੀ ਭਾਸ਼ਾ ਤੋਂ ਆਪਾਂ ਨੂੰ ਪਤਾ ਲੱਗ ਜੂਗਾ, ਅਸੰਤ ਅਨਾੜੀ ਕਿਛੂ ਨਾ ਬੂਝੈ, ਕਥਨੀ ਕਰੈ ਮਾਇਆ ਨੂੰ ਲੁੱਝੈ, ਅੰਧ ਅਗਿਆਨੀ ਕਛੂ ਨਾ ਸੂਝੈ। ਉਹ ਸਿਰਫ ਸੰਸਾਰ ਦੀਆਂ ਗੱਲਾਂ ਕਰਨਗੇ, ਸੰਸਾਰ ਦੇ ਮਾਇਆਵਾਦੀ ਪਦਾਰਥਾਂ ਦੀਆਂ ਗੱਲਾਂ ਕਰਨਗੇ। ਉਹ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੀ ਵਿਚਾਰ ਨਹੀਂ ਕਰਨਗੇ, ਅਕਥ ਕਹਾਣੀ ਨਹੀਂ ਕਰਨਗੇ, ਕਿਉਂਕਿ ਉਹਨਾਂ ਦਾ ਆਪ ਦਾ ਮਨ ਅਜੇ ਡੋਲ ਰਿਹਾ ਹੁੰਦਾ। ਸਤਿਗੁਰੂ ਪਾਤਸ਼ਾਹ ਗੁਰਬਾਣੀ ਅੰਦਰ ਸਮਝਾ ਰਹੇ ਆਪਾਂ ਨੂੰ, ਕਹਿੰਦੇ ਜਿਨ੍ਹਾਂ ਦੇ ਮਨ ਦਾ ਟਿਕਾਓ ਨਹੀਂ, ਉਹ ਕਿੱਥੇ ਅਕਥ ਕਹਾਣੀ ਕਰਨਗੇ। ਉਹ ਮਨੁਆ ਡੋਲੇ ਕਥੇ ਨਾ ਅਕਥ ਕਹਾਣੀ। ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਰੋਜ਼ ਸਾਨੂੰ ਇਹ ਹੁਕਮ ਕਰ ਰਹੇ ਆ, ਆਵੋ ਸੰਤ ਪਿਆਰਿਓ ਅਕਥ ਕੀ ਕਹੈ ਕਹਾਣੀ, ਕਹੈ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ। ਐਸੇ ਗੁਰਮੁਖਾਂ ਤੋਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਸੰਤ ਕੀ ਸਾਧ ਕੀ ਸੇਵਾ, ਸਾਧ ਸੇਵਾ ਬੜ ਭਾਗੀ ਪਾਈ ਹੈ। ਕਿਹੜੀ ਸੇਵਾ? ਸਾਧ ਸੰਗ ਹਰ ਕੀਰਤਨ ਗਾਈ ਹੈ। ਜਦੋਂ ਅਸੀਂ ਸਾਧੂ ਜਨਾਂ ਦੀ ਸੰਗਤ ਦੇ ਅੰਦਰ ਆ ਕੇ ਉਸ ਅਕਾਲ ਪੁਰਖ ਨਿਰੰਕਾਰ ਦੀ ਕੀਰਤੀ ਕਰਦੇ ਹਾਂ, ਹੈ ਤਾਂ ਔਖਾ, ਕਿਉਂਕਿ ਆਪਾਂ ਦੁਨੀਆ ਦੀਆਂ ਗੱਲਾਂ ਬਹੁਤ ਕਰ ਸਕਦੇ ਹਾਂ। ਸੰਗਤ ਦੇ ਵਿੱਚ ਆ ਕੇ ਅਸੀਂ ਸਿਮਰਨ ਕਰਨ ਤੋਂ ਕਈ ਵਾਰ ਟਾਲਾ ਵੱਟ ਜਾਂਦੇ ਹਾਂ। ਕਈ ਵਾਰ ਮਨ ਦੇ ਅੰਦਰ ਇਹ ਵਿਚਾਰਾਂ ਪੈਦਾ ਹੋ ਜਾਂਦੀਆਂ ਕਿ ਲੋਕ ਕੀ ਕਹਿਣਗੇ ਜੇ ਅਸੀਂ ਵਾਹਿਗੁਰੂ ਵਾਹਿਗੁਰੂ ਜਾਂ ਰਾਮ ਰਾਮ ਜਾਂ ਅੱਲਾ ਅੱਲਾ ਜਿਹੋ ਜਿਹੇ ਧਰਮ 'ਚ ਕੋਈ ਪੈਦਾ ਹੋਇਆ ਕਰਦੇ ਆ। ਇਹ ਉਨਾ ਚਿਰ ਸਾਨੂੰ ਇਹਨਾਂ ਕੰਮਾਂ ਤੋਂ ਸੰਗ ਵੀ ਲੱਗਦੀ ਆ ਸੰਸਾਰ ਦਾ, ਤੇ ਸਾਨੂੰ ਥੋੜਾ ਜਿਹਾ ਇਹ ਵੀ ਹੁੰਦਾ ਕਿ ਲੋਕ ਕੀ ਕਹਿਣਗੇ। ਲੋਕ ਲੱਜਾ 'ਚ ਵੀ ਜੀਵ ਆ ਜਾਂਦਾ। ਕਿੰਨਾ ਚਿਰ ਲੋਕ ਲੱਜਾ 'ਚ ਰਹਿੰਦਾ? ਜਿੰਨਾ ਚਿਰ ਗਿਆਨ ਨਹੀਂ। ਜਦੋਂ ਪਾਤਸ਼ਾਹ ਦੀ ਬਾਣੀ ਦੁਆਰਾ ਇਹ ਗਿਆਨ ਆ ਗਿਆ, ਜਦੋਂ ਮਹਾਰਾਜ ਸ਼ਬਦਾਂ ਦੇ ਪ੍ਰਵਾਨ ਸਾਡੇ ਮਾਰਦੇ ਆ ਕਿ ਲਾਜ ਮਰੇ ਜੋ ਨਾਮ ਨਾ ਲੇਵੈ, ਨਾਮ ਵਿਹੂਨ ਸੁਖੀ ਕਿਉ ਸੋਵੈ, ਹਰ ਸਿਮਰਨ ਛਾੜ ਪਰਮਗਤ ਚਾਹੈ, ਮੋਰ ਬਿਨਾ ਸਾਖਾ ਕਤ ਆਹੈ। ਜਦੋਂ ਬਾਣੀ ਦੇ ਬਾਣ ਫਿਰ ਸਾਡੇ ਵੱਜਦੇ, ਪਾਤਸ਼ਾਹ ਕਹਿੰਦੇ ਮਰ ਜਾਣਾ ਚਾਹੀਦਾ ਐਸੇ ਇਨਸਾਨਾਂ ਨੂੰ ਜਿਹੜੇ ਲੱਜਾ ਦੇ ਨਾਲ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ। ਲਾਜ ਮਰੈ ਜੋ ਨਾਮ ਨਾ ਲੇਵੈ, ਨਾਮ ਵਿਹੂਨ ਸੁਖੀ ਕਿਉਂ ਸੋਵੈ। ਕਿਉਂਕਿ ਇਸ ਕਰਮ ਤੋਂ ਬਿਨਾਂ ਕੋਈ ਸੁਖੀ ਨਹੀਂ ਹੋ ਸਕਦਾ। ਹਰ ਸਿਮਰਨ ਛਾੜ ਪਰਮਗਤ ਚਾਹੈ, ਮੂਲ ਬਿਨਾ ਸਾਖਾ ਕਤ ਆਹੈ। ਪਾਤਸ਼ਾਹ ਕਹਿੰਦੇ ਸਿਮਰਨ ਤਾਂ ਕਰਦਾ ਨਹੀਂ, ਉਹ ਕਹਿੰਦਾ ਮੈਂ ਸੁਖੀ ਹੋਵਾਂ। ਪੜ੍ਹ ਵੀ ਲੈਂਦਾ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਫਿਰ ਭਾਗੀ ਕਿਹੜੇ ਜੀਵ ਹੁੰਦੇ? ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਝਾ ਰਹੇ ਆ, ਸਾਧ ਸੇਵਾ ਬੜ ਭਾਗੀ ਪਾਈ ਹੈ। ਕਿਸੇ ਵੱਡਿਆਂ ਭਾਗਾਂ ਵਾਲੇ ਪੁਰਸ਼ ਨੂੰ ਫਿਰ ਪੂਰਨ ਸੰਤਾਂ ਦੀ, ਹਰੀ ਕੇ ਸੰਤਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ।
ਕੀ ਸੇਵਾ ਸਾਧ ਸੰਗ ਹਰ ਕੀਰਤਨ ਗਾਈਐ। ਜਿੱਥੇ ਸਾਡੇ ਮਨ ਨੂੰ ਇਹ ਸੋਝੀ ਆਉਂਦੀ ਹੈ ਕਿ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕਿ ਜਿਹੜੀ ਰਸਨਾ ਦੇ ਨਾਲ ਹਮੇਸ਼ਾ ਗਾਲਾਂ ਵੀ ਕੱਢਦੇ ਆ, ਨਿੰਦਿਆ ਵੀ ਕਰਦੇ ਆ, ਚੁਗਲੀ ਵੀ ਕਰਦੇ ਆ, ਦੁਨੀਆ ਦੇ ਗੀਤ ਵੀ ਗਾਉਂਦੇ ਆ, ਕਿ ਇਹਦੇ ਨਾਲ ਅਸੀਂ ਇਹ ਵੀ ਜ਼ਰੂਰੀ ਕਰਮ ਕਰਨਾ ਹੁੰਦਾ ਕਿ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਤਾਂ ਕਿ ਸਾਡੀ ਆ ਜਿਹੜੀ ਜੀਵ ਆ ਹਮੇਸ਼ਾ ਝੂਠੀ ਰਹਿੰਦੀ ਆ, ਇਹ ਸੁੱਚੀ ਹੋਵੇ। ਨਾਮ ਕਹਿਤ, ਹੁਣ ਸਰੀਰ ਨੂੰ ਤਾਂ ਆਪਾਂ ਨਿਰਮਲ ਕਰ ਲੈਂਦੇ ਆ, ਇਸ਼ਨਾਨ ਕਰਾ ਲਿਆ, ਅੱਛੇ ਕੱਪੜੇ ਪਾ ਲਏ, ਤੇ ਉਹ ਆਪਾਂ ਬੜਾ ਸਾਵਧਾਨ ਹੋ ਕੇ ਵਿਚਰਦੇ ਆ। ਤੇ ਜਿਹੜੀ ਸਾਡੀ ਜੀਵ ਆ ਇਹ ਤਾਂ ਹਮੇਸ਼ਾ ਝੂਠੀ ਹੋਈ ਰਹਿੰਦੀ ਆ। ਤੇ ਪਾਤਸ਼ਾਹ ਕਹਿੰਦੇ ਫਿਰ ਇਹਨੂੰ ਸੁੱਚੀ ਕਿਵੇਂ ਕਰੋਗੇ? ਇਹਦਾ ਫਿਰ ਸਾਧਨ ਦੱਸਿਆ, ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ। ਫੇਰ ਇਹ ਸਾਡੀ ਰਸਨਾ ਸੁੱਚੀ ਹੁੰਦੀ ਆ ਜਦੋਂ ਇਸ ਰਸਨਾ ਦੇ ਨਾਲ ਗੋਬਿੰਦ ਦੀ ਕੀਰਤੀ ਹੁੰਦੀ ਆ, ਉਹਦਾ ਨਾਮ ਜਪਿਆ ਜਾਂਦਾ। ਫਿਰ ਹੌਲੀ ਹੌਲੀ ਵਾਹਿਗੁਰੂ ਜੀ ਕਿਰਪਾ ਕਰਦੇ, ਸਾਡੀ ਰਸਨਾ ਤੇ ਆਪ ਦਾ ਵਾਸਾ ਕਰ ਲੈਂਦੇ। ਪ੍ਰਭ ਜੀ ਵਸੈ ਸਾਧ ਕੀ ਰਸਨਾ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਝਾ ਰਹੇ ਆ, ਸਾਧ ਸੇਵਾ ਬੜ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਜੇ ਅਸੀਂ ਇਹ ਆਪਦੇ ਜੀਵਨ ਦੇ ਅੰਦਰ ਅਪਣਾ ਲੈਂਦੇ ਹਾਂ ਤਾਂ ਸਾਨੂੰ ਇਹਦਾ ਲਾਭ ਕੀ ਹੋਵੇਗਾ? ਪਾਤਸ਼ਾਹ ਕਹਿੰਦੇ, ਅਨਕ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਅਨੇਕਾਂ ਵਿਘਨ ਨੇ ਸਾਡੇ ਜੀਵਨ ਦੇ ਅੰਦਰ, ਬਹੁਤ ਸਾਰੇ ਸੰਸਾਰ ਦੇ ਕਰਮਾਂ ਦੀਆਂ ਰੁਕਾਵਟਾਂ ਨੇ, ਵਿਘਨ ਲੱਗਦੇ ਨੇ। ਤੇ ਜਿਹੜੇ ਧਰਮ ਦੇ ਰਸਤੇ ਜੀਵ ਚੱਲਦੇ ਆ ਉਹਨਾਂ ਨੂੰ ਪ੍ਰਭੂ ਦੇ ਮਿਲਾਪ ਦੇ ਅੰਦਰ ਬਹੁਤ ਸਾਰੇ ਵਿਘਨ ਪੈਂਦੇ ਆ। ਹੁਣ ਉਹ ਵਿਘਨਾਂ ਤੋਂ ਕਿਵੇਂ ਦੂਰ ਹੋਈਏ? ਪਹਿਲਾਂ ਤਾਂ ਸੰਸਾਰ ਦੀ ਗੱਲ ਆ ਜਾਂਦੀ ਹੈ ਕਿ ਸਾਡੇ ਹਰੇਕ ਜੀਵ ਦੇ ਮਨ ਦੇ ਅੰਦਰ ਇੱਛਾ ਹੁੰਦੀ ਆ ਕਿ ਸਾਨੂੰ ਕਿਸੇ ਵੀ ਕਾਰਜ ਦੇ ਅੰਦਰ ਕੋਈ ਵਿਘਨ ਨਾ ਲੱਗੇ, ਸਾਡੇ ਜੀਵਨ 'ਚ ਕੋਈ ਦੁੱਖ ਦਾ ਸਮਾਂ ਨਾ ਆਵੇ। ਉਹ ਫਿਰ ਗੁਰਮੁਖਾਂ ਦੀ ਸੰਗਤ ਗੁਰਬਾਣੀ ਦੁਆਰਾ ਜਦੋਂ ਕਰਕੇ ਸੂਝੀ ਸਾਨੂੰ ਆਉਂਦੀ ਕਿ ਵਿਘਨ ਬਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਿਰੜਾਇਆ, ਹੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਅਸੀਂ ਪ੍ਰਭੂ ਦਾ ਨਾਮ ਜਪਣਾ ਸ਼ੁਰੂ ਕਰਦੇ, ਅੱਗੇ ਫਿਰ ਸਾਡੀ ਜਦੋਂ ਆਤਮਿਕ ਤੌਰ ਤੇ ਤਰੱਕੀ ਹੋਣੀ ਹੁੰਦੀ ਆ, ਪਰਮਾਤਮਾ ਦੇ ਮਿਲਾਪ ਵਾਲੇ ਪਾਸੇ ਨੂੰ ਚੱਲਣਾ ਹੁੰਦਾ। ਇੱਧਰ ਵੀ ਮਾਇਆ ਦਾ ਬੜਾ ਸ਼ੋਰ ਸ਼ਰਾਬਾ, ਹਰੇਕ ਪੱਖ ਤੋਂ ਸਾਡੇ ਮਨ ਨੂੰ ਸੂਖ ਮਾਇਆ ਜਾਲ ਪਾਉਂਦੀ ਹੈ। ਉਹ ਜਾਲ ਵੀ ਕਿਸੇ ਪੂਰਨ ਸਾਧੂ ਦੀ ਸੰਗਤ ਦੇ ਨਾਲ ਹੀ ਟੁੱਟਦਾ, ਨਹੀਂ ਤਾਂ ਇਨਸਾਨ ਸਾਰੀ ਜ਼ਿੰਦਗੀ ਮਿਹਨਤ ਵੀ ਕਰੀ ਜਾਂਦਾ ਪਰ ਉਸ ਮਾਲਿਕ ਦੇ ਮਿਲਾਪ ਦਾ ਆਨੰਦ ਵੀ ਨਹੀਂ ਮਿਲਦਾ। ਫਿਰ ਜਦੋਂ ਪੂਰਨ ਸਾਧੂ ਦੀ ਸੰਗਤ ਹੁੰਦੀ, ਉਹ ਸਾਨੂੰ ਦੋਨਾਂ ਵਿਘਨਾਂ ਤੋਂ, ਚਾਹੇ ਸੰਸਾਰ ਦੇ ਵਿਘਨ ਨੇ, ਚਾਹੇ ਸਾਡੇ ਆਤਮਿਕ ਅਵਸਥਾ ਦੇ ਵਿਘਨ ਨੇ, ਜੋ ਸਾਡੇ ਜੀਵਨ ਦੀ ਕਹਾਣੀ ਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿਉਂਕਿ ਮਾਇਆ ਬੜਾ ਜਾਲ ਪਾਉਂਦੀ ਹੈ। ਜਦੋਂ ਇਨਸਾਨ ਪ੍ਰਭੂ ਦੀ ਬੰਦਗੀ ਕਰਨ ਲੱਗਦਾ, ਬਹੁਤ ਸਾਰੀਆਂ ਰਿੱਧੀਆਂ ਸਿੱਧੀਆਂ ਹੋਰ ਕਈ ਤਰ੍ਹਾਂ ਦੇ ਖੇਲ ਇਨਸਾਨ ਨਾਲ ਵਾਪਰਦੇ ਆ। ਜੇ ਪੂਰਨ ਗੁਰਮੁਖ ਦੀ ਸੰਗਤ ਨਹੀਂ ਤਾਂ ਇਨਸਾਨ ਇੱਥੇ ਕੁ ਰੁਕ ਜਾਂਦਾ, ਜਿਹਨੂੰ ਗੁਰਬਾਣੀ ਦੇ ਅੰਦਰ ਗੰਧਰਵ ਨਗਰੀ ਦਾ ਵੀ ਨਾਂ ਦਿੱਤਾ ਗਿਆ। ਤੇ ਜਦੋਂ ਫਿਰ ਕਿਸੇ ਗੁਰਮੁਖ ਦਾ ਸਹਿਯੋਗ ਲੈ ਕੇ ਆਪਾਂ ਚੱਲਦੇ, ਉਹ ਫਿਰ ਸਾਨੂੰ ਇਹਨਾਂ ਰੁਕਾਵਟਾਂ ਤੋਂ ਵੀ ਦੂਰ ਕਰ ਦਿੰਦੇ ਆ। ਇੱਥੋਂ ਤੱਕ ਮਹਾਂਪੁਰਖਾਂ ਨੇ ਸਮਝਾਇਆ, ਇਹੋ ਜਿਹੀ ਵੀ ਅਵਸਥਾ ਇਨਸਾਨ ਤੇ ਆ ਸਕਦੀ ਆ, ਪ੍ਰਭੂ ਦੇ ਮਿਲਾਪ ਦੇ ਰਸਤੇ ਵਾਕ ਸਿੱਧੀ ਹੋ ਜਾਣੀ, ਮੁਖੋਂ ਕਹੇ ਬਚਨ ਪੂਰੇ ਹੋ ਜਾਣੇ। ਆਮ ਤਾਂ ਜੀਵ ਇੱਥੇ ਕੀ ਰੁਕ ਜਾਂਦੇ ਆ, ਅੱਗੇ ਦੀ ਅੱਗੇ ਬੜਾ ਬਰੀਕੀ ਦਾ ਖੇਲ ਆ। ਕਹਿੰਦੇ ਇੱਥੋਂ ਤੱਕ ਵੀ ਪਾਵਰ ਦੇ ਦਿੱਤੀ ਜਾਂਦੀ ਆ ਕਾਲ ਵੱਲੋਂ ਕਿ ਭਾਵੇਂ ਇਨਸਾਨ ਆਪਣੇ ਸਰੀਰ ਦੇ ਆਪ ਵੱਖਰੇ ਵੱਖਰੇ ਹਿੱਸੇ ਬਣਾ ਕੇ ਟੋਟੇ ਕਰਕੇ ਬੈਠ ਜਾਵੇ,
ਤੁਰਿਆ ਜਾਂਦਾ ਕਿਸੇ ਨੂੰ ਦਿਸਣੋਂ ਹਟ ਜਾਵੇ, ਗੁਪਤ ਪ੍ਰਗਟ ਹੋ ਜਾਵੇ ਤੇ ਬਹੁਤ ਬਰੀਕੀ ਦਾ ਖੇਲ ਆ, ਕਿਉਂਕਿ ਬੜਾ ਤਕੜਾ ਇਹ ਰੁਕਾਵਟ ਪਾਉਂਦੀ ਆ ਮਾਇਆ। ਜਦੋਂ ਇਨਸਾਨ ਪ੍ਰਭੂ ਦੇ ਮਿਲਾਪ ਵਾਲੇ ਪਾਸੇ ਨੂੰ ਸਾਡੀ ਸੁਰਤੀ ਤਰੱਕੀ ਕਰਨੀ ਸ਼ੁਰੂ ਕਰਦੀ ਹੈ, ਇਹਨਾਂ ਫਿਰ ਸਾਰੀਆਂ ਰੁਕਾਵਟਾਂ ਤੋਂ, ਚਾਹੇ ਸਾਡੇ ਜੀਵਨ ਦੀਆਂ ਰੁਕਾਵਟਾਂ ਨੇ, ਚਾਹੇ ਸਾਡੀਆਂ ਅਧਿਆਤਮਕ ਪੱਖ ਦੀਆਂ ਰੁਕਾਵਟਾਂ ਨੇ, ਤਾਂ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਝਾ ਰਹੇ ਆ, ਅਨਕ ਵਿਘਨ ਤੇ ਸਾਧੂ ਰਾਖੈ। ਉਹ ਫਿਰ ਇਹਨਾਂ ਸਾਰੇ ਵਿਘਨਾਂ ਤੋਂ ਸਾਡੀ ਰੱਖਿਆ ਕਰਦੇ ਆ ਤੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਉਹ ਫਿਰ ਸਾਨੂੰ ਇੱਕੋ ਹੀ ਰਸਤੇ ਦਾ ਭੇਦ ਦਿੰਦੇ ਆ ਕਿ ਭਾਈ ਇਸ ਰਸਨਾ ਦੇ ਨਾਲ ਹਰੀ ਦੇ ਗੁਣ ਗਾਓ, ਗੁਣ ਗਾ ਗਾ ਕੇ ਪਰਮਾਤਮਾ ਦੇ ਨਾਮ ਰਸ ਨੂੰ ਚੱਖੋ। ਹੁਣ ਸੰਸਾਰ 'ਚ ਵਿਚਰਦਿਆਂ ਤੋਂ ਬਹੁਤ ਸਾਰੇ ਐਸੇ ਸੱਜਣ ਮਿਲ ਜਾਂਦੇ ਆ ਜਿਹੜੇ ਉਹ ਕਿਸੇ ਨਾ ਕਿਸੇ ਮਹਾਂਪੁਰਖਾਂ ਦੀ ਸੰਗਤ ਕਰਦੇ ਹੁੰਦੇ ਆ। ਉਹ ਕਹਿੰਦੇ ਜੀ ਸਾਡੀ ਬਹੁਤ ਉੱਚੀ ਅਵਸਥਾ, ਸਾਡੇ ਸੰਤ ਵਰਗਾ ਕੋਈ ਸੰਤ ਨਹੀਂ ਹੈ। ਜਦੋਂ ਫਿਰ ਉਹਨਾਂ ਨਾਲ ਪਿਆਰ ਨਾਲ ਗੱਲ ਕਰੀਦੀ ਹੈ ਗੁਰਬਾਣੀ ਦੇ ਆਧਾਰ ਤੇ ਕਿ ਜੀ ਕਿਰਪਾ ਤੁਹਾਡੇ ਤੇ ਮਾਲਕ ਹੋਰ ਤਰੱਕੀ ਬਖਸ਼ੇ, ਕਿਰਪਾ ਕਰਕੇ ਇਹ ਤਾਂ ਦੱਸ ਦਿਓ ਕਿ ਨਾਮ ਜਪਦਿਆਂ ਨੂੰ ਪ੍ਰਮਾਤਮਾ ਦੇ ਨਾਮ ਦਾ ਰਸ ਆਉਣਾ ਸ਼ੁਰੂ ਹੋ ਗਿਆ। ਇਹ ਤਾਂ ਕਿਸੇ ਬਿਰਲੇ ਜੀਵ ਦੇ ਹਿੱਸੇ ਆਊਗਾ ਜਿਨ੍ਹਾਂ ਨੇ ਗੁਰਮੰਤਰ ਨੂੰ ਦ੍ਰਿੜਾਇਆ। ਇੱਥੇ ਜਾ ਕੇ ਫਿਰ ਬਹੁਤ ਵੱਡੇ ਵੱਡੇ ਸਾਧੂ ਸੰਤ ਕਹਾਉਣ ਵਾਲੇ ਲੋਕਾਂ ਨੂੰ ਫਿਕਰ ਬਣ ਜਾਂਦਾ ਤੇ ਗੁਰੂ ਨਾਨਕ ਦੇ ਘਰ ਦੀ ਗੱਲ ਹੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਪ੍ਰਮਾਤਮਾ ਦਾ ਨਾਮ ਜਪ ਕੇ ਨਾਮ ਦਾ ਰਸ ਆਊਗਾ, ਫੇਰ ਤੁਸੀਂ ਪਹਿਲੀ ਸਟੇਜ ਦੇ ਉੱਪਰ ਪੈਰ ਤੁਹਾਡਾ ਟਿਕਣਾ ਅਧਿਆਤਮਕ ਦੇ ਪੱਖ ਤੇ। ਇਹ ਹੁਣ ਸਾਰੇ ਵਿਘਨਾਂ ਤੋਂ ਫਿਰ ਜਿਹੜੇ ਪੂਰਨ ਸਾਧੂ ਆ ਗੁਰਮੁਖ ਜਨ, ਉਹ ਸਾਡੇ ਵਿਘਨਾਂ ਨੂੰ ਖਤਮ ਕਰਦੇ ਆ। ਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਝਾਉਂਦੇ ਨੇ, ਅਨਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਓਟ ਗਹੀ ਸੰਤਹਿ ਦਰ ਆਇਆ, ਸਰਬ ਸੂਖ ਨਾਨਕ ਤੇ ਪਾਇਆ। ਅਖੀਰਲੀਆਂ ਪੰਗਤੀਆਂ 'ਚ ਪਾਤਸ਼ਾਹ ਸਮਝਾ ਰਹੇ ਆ ਕਿ ਜਦੋਂ ਸਾਧੂ ਜਨਾਂ ਦੇ ਦਰ ਤੇ ਆ ਕੇ ਓਟ ਗਹੀ ਸੰਤਹਿ ਦਰ ਆਇਆ ਕਿ ਉਹਨਾਂ ਗੁਰਮੁਖ ਜਨਾਂ ਤੋਂ ਆਸਰਾ ਮਿਲਿਆ। ਉਹਨਾਂ ਨੇ ਫਿਰ ਸਾਡੇ ਮਨ ਨੂੰ ਪ੍ਰਭੂ ਦੇ ਆਸਰੇ ਦੇ ਨਾਲ ਜੋੜਿਆ। ਓਟ ਗਹੀ ਸੰਤਹਿ ਦਰ ਆਇਆ, ਸਰਬ ਸੂਖ ਨਾਨਕ ਤੇ ਪਾਇਆ। ਫੇਰ ਕਿਤੇ ਇਨਸਾਨ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਤੇ ਇਸੇ ਕਰਕੇ ਗੁਰਬਾਣੀ ਅੰਦਰ ਮਹਾਰਾਜ ਸਮਝਾ ਰਹੇ ਹਨ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਜੋ ਸਮੁੱਚੀ ਮਨੁੱਖਤਾ ਵਾਸਤੇ ਆ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਜਿੰਨਾ ਚਿਰ ਅਸੀਂ ਪ੍ਰਮਾਤਮਾ ਦੇ ਨਾਮ ਨਾਲ ਜੁੜਦੇ ਨਹੀਂ, ਜਿੰਨੇ ਮਰਜ਼ੀ ਹੋਰ ਧਰਮ ਦੇ ਕਰਮ ਕਰ ਲਈਏ, ਸਾਰੇ ਨਿਸਫਲ ਹੋ ਸਕਦੇ ਆ। ਇਸੇ ਕਰਕੇ ਕਈ ਵਾਰ ਗੁਰਬਾਣੀ ਐਸੇ ਮੋੜ ਤੇ ਲਿਆ ਕੇ ਜੀਵ ਨੂੰ ਖੜਾ ਕਰ ਦਿੰਦੀ ਹੈ ਕਿ ਜਦੋਂ ਆਪਾਂ ਪੜ੍ਹਦੇ ਹਾਂ ਕਿ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਜ ਜਨਾ ਕੋ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਵੇਕਾ। ਜਿੰਨਾ ਚਿਰ ਅਸੀਂ ਆਪਦੇ ਮਨ ਦਾ ਅਹੰਕਾਰ ਦੂਰ ਕਰਕੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਾਧੂ ਜਨਾਂ ਦੀ ਸੰਗਤ ਕਰਕੇ ਮਾਲਕ ਦੇ ਅੱਗੇ ਆਪਾ ਜਿਹੜੀ ਹਉਮੈ ਵਾਲੀ ਮੱਤਾ ਤਿਆਗ ਨਹੀਂ ਦਿੰਦੇ, ਉਨਾ ਚਿਰ ਸਾਡੇ ਸਾਰੇ ਕੀਤੇ ਧਰਮ ਦੇ ਕਰਮ ਫੇਲ ਹੋ ਸਕਦੇ ਆ। ਕਰਮ ਧਰਮ ਪਖੰਡ ਜੋ ਦੀਸੈ,
तन जम जगाती लूटै, निर्वाण कीर्तन गावहु करते का, नैमक सिमरत जित छूटै। फिर सारा कोलों उच्चा कारज सानू मालिक ने बाणी अंदर समझाया कि प्रभ का सिमरन सब ते ਉੱਚਾ। ਜਦੋਂ ਆਪਾਂ ਕਰਾਂਗੇ ਲਾਭ ਹੋ ਜਾਊਗਾ। ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ। ਆਓ ਫਿਰ ਬਾਕੀ ਦਾ ਸਮਾਂ ਆਪਾਂ ਗਿਆਨ ਦੇ ਨਾਲ ਨਾਲ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ